ये मेरी फैक्ट्री ये आम आदमी पार्टी के कारण बंद होएगी, अदरवाइज कोई कारण नहीं है। टोटल 1 लाख रुपए का मटीरियल इन्होंने लिता। कोई गैरी जी पटियाला तो हाँ, वो मैनू कहते जिसले हिसाब करना सी, कहते हितेश जी अज तुसी लड़के जाओगे मेरे नाल। मतलब पहले ही सोचा सी उन्होंने डाका ही मारना, लुटना है। कहता पापा ये जेडे कैशियर साहब आ ये सुखी जी सुखी नहीं है ना, ये रावण है। ये तो हिटलर नालों भी ज़्यादा बुरे है। मैं भविष्य च काम नहीं करूँगा, कदे झंडे का काम नहीं करूँगा। कहता ये NRI तो इन्ने पैसे लै रहे हैं, ਇਹਦਾ मतलब कि ये NRI नाग पाल रहे हैं कि सप्पां नूं दुੱਧ पिलाउण नूं, कि होर लोगों नूं डंगण ते फैक्ट्रियां मतलब साडे वर्गे बंदियां दा काम बंद कराउण। मैंने कहा सर मेरा बच्चा 9वीं में था, अब तो 12वीं में हो गया, प्लीज पेमेंट कर देते। कह रहे मैं कुछ खा के मर जाऊंगा तो तुम्हारा नाम ले लूंगा। इस समय ਅਸੀਂ ਆਪ ਆਦਮੀ ਪਾਰਟੀ ਦੇ ਆਫਿਸ ਦੇ ਬਾਹਰ ਖੜੇ ਹਾਂ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਉੱਥੇ ਇੱਕ ਬੰਦੇ ਵੱਲੋਂ ਧਰਨਾ ਲਾਇਆ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕੀ ਕੁਝ ਮਾਮਲਾ ਹੈ, ਅਸੀਂ ਜਾਣਦੇ ਹਾਂ। ਤੁਹਾਡੇ ਵੱਲੋਂ ਧਰਨਾ ਲਾਇਆ ਜਾ ਰਿਹਾ ਇੱਥੇ, ਕੀ ਕੁਝ ਮਾਮਲਾ ਹੈ? सर पार्टी तो मैं हैड ऑफिस पंजाब प्रदेश कार्यालय तो मैनू ऑर्डर मिले जिस दी मैं पूर्ति इन टाइम की, और जो चीज़ां इन्होंने डिमांड कीतियां ने मैं वो पहुँचाई हैं। टोटल ਤੁਸੀਂ ਕੰਮ ਕੀ ਕਰਦੇ ਹੋ ਆਪਣਾ ਸਟਾਰਟਿੰਗ ਚੋਂ ਦੱਸੋ ਜਰਾ। मैं सर चुनाव प्रचार सामग्री बनाना जी, इलैक्शन पब्लिसिटी मटीरियल 1995 तो बनांदा आ रहा है। ਉਹਦੇ ਪਹਿਲਾਂ ਮੇਰੇ ਫਾਦਰ ਬਣਾਉਂਦੇ ਸੀਗੇ ਇਹ ਚੀਜ਼, ਉਹ ਇਲੈਕਸ਼ਨ ਦਾ ਕੰਮ ਪੰਜਾਬ 'ਚ ਕਰਦੇ ਸੀਗੇ। ਮੈਂ ਦਿੱਲੀ ਆਪਣਾ ਛੋਟੀ ਜੀ ਫੈਕਟਰੀ ਲਗਾਈ ਔਰ ਉਹਨੂੰ ਮਿਹਨਤ ਨਾਲ ਚਲਾਇਆ। ਅੱਜ ਦੀ ਤਰੀਕ 'ਚ ਸਰ ਉਸ ਬਵਾਨਾ ਇੰਡਸਟਰੀ ਏਰੀਆ ਔਰ ਪੂਟਖੁਰ ਦੇ ਵਿੱਚ ਟੋਟਲ 16000 ਫੈਕਟਰੀਆਂ ਨੇ, ਜਿਹਦੇ 'ਚੋਂ 8000 ਬੰਦ ਹੋ ਗਈਆਂ ਲੋਕਡਾਊਨ ਦੇ ਬਾਅਦ। ਅਸੀਂ ਜਿਸ ਤਰ੍ਹਾਂ ਮਰਜ਼ੀ ਉਹਨੂੰ ਚਲਾ ਰਹੇ ਹਾਂ। ਸ਼ਾਇਦ ਮੇਰੇ ਖਿਆਲ 'ਚ ਇਹ ਮੇਰੀ ਫੈਕਟਰੀ ਇਹ ਆਮ ਆਦਮੀ ਪਾਰਟੀ ਦੇ ਕਾਰਨ ਬੰਦ ਹੋਏਗੀ, ਅਦਰਵਾਈਜ਼ ਕੋਈ ਕਾਰਨ ਨਹੀਂ ਆ। ਇਹ ਪੇਮੈਂਟ ਨਹੀਂ ਕਰਨਗੇ ਤੇ ਮੈਨੂੰ ਆਪਣੀਆਂ ਮਸ਼ੀਨਾਂ ਵੇਚਣੀਆਂ ਪੈਣਗੀਆਂ, ਬਿਲਡਿੰਗ ਦਾ ਕਿਰਾਇਆ ਮੈਂ ਕਿੱਦਾਂ ਦਊਂਗਾ। ਇਹ ਮੈਂ ਇੰਨਾ ਡਿਪੈਂਡ ਨਹੀਂ ਸੀ ਰਹਿਣਾ ਸਰ ਇਹਨਾਂ ਦੀ ਪੇਮੈਂਟ 'ਤੇ। ਇੱਕ ਚੀਜ਼ ਮੈਂ ਛੋਟੀ ਜੀ ਕਹਿਣਾ, ਅਗਰ ਇੱਕ ਦਿਨ 2 ਦਿਨ 15 ਦਿਨ ਬਾਅਦ ਪੈਸੇ ਮਿਲ ਜਾਊਗੇ, ਇਸ ਤਰ੍ਹਾਂ ਕਰਕੇ ਮੈਨੂੰ ਕੋਸ਼ਾਧਿਅਕਸ਼ ਜੀ ਕਹਿਣ ਕੈਸ਼ੀਅਰ ਜੀ, ਤੇ ਮੈਂ ਪੂਰੀ ਹੋਪ ਰੱਖਾਂਗਾ। ਮੈਂ ਬਿਲਡਿੰਗ ਵਾਲੇ ਭਈਆ ਨੂੰ ਕਹਿ ਦੂੰਗਾ, ਸੁਮਿਤ ਭਈਆ ਨੇ ਮੇਰੀ ਬਿਲਡਿੰਗ ਦੇ ਮਾਲਿਕ ਉੱਥੇ ਬੜੇ ਨਾਈਸ ਅੱਛੇ ਜੈਂਟਲ ਬੰਦੇ, ਤੇ ਉਹ ਜੋ ਵੀ ਮੈਂ ਸਾਰੇ ਉੱਦਾਂ ਕਹਿ ਸਕਦਾ ਮੈਂ, ਉਹਨਾਂ ਨੇ ਪੂਰਾ ਕੋਆਪਰੇਟ ਕੀਤਾ। ਕੋਈ ਹੋਰ ਬਿਲਡਿੰਗ ਲਾਵੇ ਇੰਨਾ ਨਹੀਂ ਕਰਦਾ। ਸਟਾਰਟਿੰਗ ਤੋਂ ਗੱਲ ਦੱਸੋ ਕਿ ਕਦੋਂ ਤੋਂ ਤੁਸੀਂ ਪ੍ਰਿੰਟਰ ਦਾ ਕੰਮ ਕਰਦੇ ਹੋ, ਕੀ ਕੁਝ ਬਣਾਉਂਦੇ ਹੋ, ਤੇ ਕਦੋਂ ਤੋਂ ਆਪ ਪਾਰਟੀ ਦੀ ਜਿਹੜੀ ਆਪਣਾ ਪ੍ਰਿੰਟ ਕਰ ਰਹੇ ਹੋ, ਕਦ ਤੱਕ ਇਹਨਾਂ ਦੀ ਚੀਜ਼ਾਂ ਤੋਂ ਸਟਾਰਟਿੰਗ ਤੋਂ ਦੱਸੋ ਜਰਾ। ਸਰ ਮੈਂ 3 ਸਾਲ ਪਹਿਲਾਂ ਇਹਨਾਂ ਦਾ ਮਟੀਰੀਅਲ ਬਣਾ ਕੇ ਦਿੱਤਾ। ਗੁਰਦਾਸਪੁਰ ਉਪ ਚੁਣਾਵ ਹੋਇਆ ਲੋਕ ਸਭਾ ਦਾ, ਵਿਨੋਦ ਖੰਨਾ ਜੀ ਪਰਮਾਤਮਾ ਕੋਲ ਚਲੇ ਗਏ, ਉਹਨਾਂ ਦੀ ਸੀਟ ਖਾਲੀ ਹੋਈ ਤੇ ਉਸ ਜਗ੍ਹਾ ਤੇ ਇਲੈਕਸ਼ਨ ਹੋਇਆ। ਇਹਨਾਂ ਨੇ ਡਿਮਾਂਡ ਕੀਤੀ ਕਿ ਜ਼ਰੂਰੀ ਚਾਹੀਦੀ ਇਹ ਚੀਜ਼ਾਂ, ਔਰ ਇਹ ਜਿਸਲੇ ਵੀ ਆਰਡਰ ਕਰਦੇ ਨੇ ਇਹ ਨਹੀਂ ਕਿ ਇੱਕ ਪਰਸਨ ਕਰਦਾ ਹੈ, ਉਹਨੂੰ ਸਾਰਾ ਟੋਟਲ ਬਾਈਂਡਰਾਂ ਤੋਂ ਮਤਲਬ ਬੈਠ ਕੇ ਰੇਟ ਲੈਂਦੇ, ਮੇਰਾ ਰੇਟ ਤੈਅ ਕਰਕੇ, ਔਰ ਸਾਰੇ ਪਰਸਨ ਜਿਹੜੇ ਅਹੁਦੇਦਾਰ ਨੇ ਉਹਨਾਂ ਨੇ ਰੇਟ ਆਰਡਰ ਦਿੱਤਾ। ਮਟੀਰੀਅਲ ਲੈਣ ਤੋਂ ਬਾਅਦ ਕਿੰਨਾ ਆਰਡਰ ਦਿੱਤਾ ਉਹਨਾਂ ਨੇ? ਉਹ ਟੋਟਲ ਉਸ ਟਾਈਮ ਤੇ ਕੋਈ ਟੋਟਲ 1 ਲੱਖ ਰੁਪਏ ਦਾ ਮਟੀਰੀਅਲ ਇਹਨਾਂ ਨੇ ਲਿੱਤਾ। ਕਿਹੜਾ ਮਟੀਰੀਅਲ ਜਿਹੜਾ ਤੁਸੀਂ ਪ੍ਰਿੰਟ? ਇਲੈਕਸ਼ਨ ਦੇ ਝੰਡੇ, ਬਿੱਲੇ, ਮਫਲਰ, ਟੋਪੀਆਂ, ਪੋਲਿੰਗ ਬੈਗ, ਇਹ ਚੀਜ਼ਾਂ ਦਿੱਤੀਆਂ ਜੀ। ਤੇ 3 ਸਾਲ ਪਹਿਲੇ ਦੀ ਗੱਲ ਕਰ ਰਹੇ ਹੋ ਤੁਸੀਂ? 3 ਸਾਲ ਪਹਿਲਾਂ ਦੀ ਗੱਲ ਹੈ ਜੀ। ਉਹਦੇ ਬਾਅਦ ਕੁਛ ਇਹਨਾਂ ਨੇ ਪੇਮੈਂਟ ਥੋੜੀ ਜਿਹੀ ਪੈਸੇ ਕਰ ਦਿੱਤੇ, ਜਿੱਦਾਂ ਸਾਰਾ ਡਿਟੇਲ ਇਹਨਾਂ ਦੇ ਕੋਲ ਆ, ਔਰ ਇਹਦੇ ਵਿੱਚ ਕੋਈ ਮਤਲਬ ਕੋਈ ਕਨਫਿਊਜ਼ਨ ਨਹੀਂ ਹੈ। ਕਿੰਨੀ ਮਤਲਬ ਪੇਮੈਂਟ ਤੁਹਾਡੇ ਕੋਲ ਆਈ ਸੀਗੀ ਸਟਾਰਟਿੰਗ ਤੋਂ? ਸਰ ਟੋਟਲ ਇਸ ਟਾਈਮ ਤੇ ਇਹਨਾਂ ਦੇ ਨੋਟਿਸ 'ਚ ਜੋ ਹੈ ਇਹਨਾਂ ਦੇ ਹਿਸਾਬ ਨਾਲ ਮੈਨੂੰ 80000 ਰੁਪਏ ਇਹਨਾਂ ਨੇ ਦੇਣਾ ਹੈ। 79,977 ਰੁਪੀਸ ਇਹਨਾਂ ਕੋਲ ਲੈਣ ਵਾਲੇ ਹੈ। ਤੇ ਇਹਨਾਂ ਨੇ ਕਿੰਨਾ ਜਦੋਂ ਤੁਸੀਂ ਪ੍ਰਿੰਟ ਕੀਤਾ ਤੇ ਕਿੰਨੇ ਪੈਸੇ ਸੀਗੇ ਉਸ ਟਾਈਮ, ਤੇ ਕਿੰਨੀ ਪੇਮੈਂਟ ਇਹਨਾਂ ਵੱਲੋਂ ਤੁਹਾਡੇ ਕੋਲ ਆ ਚੁੱਕੀ ਹੈ? ਸਰ ਬਰਨਾਲਾ ਰੈਲੀ ਹੋਈ ਕੇਜਰੀਵਾਲ ਸਾਹਿਬ ਦੀ, ਉਹਨਾਂ ਦੀ ਫਸਟ ਰੈਲੀ ਸੀ ਲੋਕ ਸਭਾ ਦੀ ਓਪਨਿੰਗ ਤੇ। ਉਸ ਟਾਈਮ ਵੀ ਇਹਨਾਂ ਨੇ ਮਟੀਰੀਅਲ ਮੰਗਿਆ ਮੇਰੇ ਤੋਂ, ਔਰ ਮੈਂ ਟਾਈਮ ਸਿਰ ਦਿੱਤਾ। ਔਰ ਮੀਤ ਜੀ ਇਹਨਾਂ ਦੇ ਕੋਈ MLA ਸਾਹਿਬ ਨੇ ਬਰਨਾਲੇ 'ਚ, ਉਹਨਾਂ ਦੇ ਘਰ ਬੁਲਾ ਕੇ
ਆਰਡਰ ਕੀਤਾ ਦਿੱਲੀ ਤੋਂ ਮੈਂ ਸਪੈਸ਼ਲ ਆਇਆ, ਕਹਿੰਦੇ ਮੋਟਾ ਆਰਡਰ ਦੇਵਾਂਗੇ। ਮੋਟਾ ਆਰਡਰ ਕੀ ਥੋੜਾ ਜਿਹਾ ਕੰਮ ਕਰਵਾ ਕੇ ਉਹਦੇ ਵੀ ਪੈਸੇ ਕ੍ਰੈਡਿਟ ਕਰ ਦਿੱਤੇ। ਮਤਲਬ ਟੋਟਲ ਪਾ ਕੇ ਬੈਲੈਂਸ ਅਨਬੈਲੈਂਸ ਸਾਰਾ ਕੱਟ ਕਟਾ ਕੇ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਗਾ ਸਕਦੇ ਹੋ ਸਰ। ਕੋਈ ਗੈਰੀ ਜੀ ਪਟਿਆਲਾ ਤੋਂ ਆ, ਉਹ ਮੈਨੂੰ ਕਹਿੰਦੇ ਜਿਸ ਲਈ ਹਿਸਾਬ ਕਰਨਾ ਸੀ, ਕਹਿੰਦੇ ਹਿਤੇਸ਼ ਜੀ ਅੱਜ ਤੁਸੀਂ ਲੜ ਕੇ ਜਾਓਗੇ ਮੇਰੇ ਨਾਲ। ਮੈਂ ਹੈਰਾਨ, ਮੈਂ ਕਿਹਾ ਕਿਉਂ ਜੀ, ਐਸੀ ਕਿਉਂ? ਕਹਿ ਰਹਾ ਮੈਂ ਰੇਟ ਹੀ ਐਸਾ ਲਗਾਊਂਗਾ ਕਿ ਤੁਸੀਂ ਲੜਾਈ ਕਰਕੇ ਜਾਓਗੇ। ਮਤਲਬ ਪਹਿਲੇ ਹੀ ਸੋਚਿਆ ਸੀ ਉਹਨਾਂ ਨੇ ਡਾਕਾ ਹੀ ਮਾਰਨਾ, ਲੁੱਟਣਾ ਆ। ਮੈਂ ਕਿਹਾ ਸਰ ਸਾਡੀ ਇੰਨੀ ਹਿੰਮਤ ਨਹੀਂ ਕਿ ਅਸੀਂ ਆਪਣੇ ਕਸਟਮਰ ਨਾਲ ਲੜੀਏ, ਐਦਾਂ ਮੈਂ ਕਦੀ ਨਹੀਂ, ਮੇਰਾ ਕੋਈ ਰਿਕਾਰਡ ਨਹੀਂ ਹੈ ਐਸਾ। ਨਹੀਂ ਤੁਸੀਂ ਫਿਰ ਰੇਟ ਲਗਵਾਓ। ਰੇਟ ਸਰ ऐसे 2.5 रुपये वाली चीज़ का 1 रुपया रेट लगा, कम से कम रेट के बावजूद भी। 27 रुपये वाली चीज़ के 20 रुपये लगे, और कोई 1 रुपया 40 पैसे की चीज़ के आगे 80 पैसे लगे। इस तरीके ना मेरा 80,000 बनया। वो भी सर दे नहीं रहे, वो भी 79 कहते सी 80 दे दें। मैं कहा नहीं 79,977 है तो उन्ने ही दे दिओ। सुखी जी कैशियर जी कहते सी नहीं तुसी बड़ी मेहनत की, तुहाडे रेट बहुत सही है, तो मैं 80,000 ही पूरा दे दूँगा, यानी कि 23 रुपये एक्स्ट्रा दे देंगे, भावें 25-30,000 40,000 जो भी मर्जी कट रहे। लेकिन सर मेरा बेटा इत्थे आया, इत्थे पैसे लैने ना को, मैं तो हुण आया, बेटा विचकार आया, और उसका मनोबल इन्होंने तोड़ दिता। बड़ी कुछ किया ਇਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਜੋ ਤੁਹਾਡੇ ਮੁੰਡੇ ਦਾ ਮਨੋਬਲ ਟੁੱਟ ਗਿਆ? सर वो इस टाइम 12वीं च पढ़ता है और अपना कॉमर्स वगैरह कर रहा कुछ। ਉਹਦੀ ਤਮੰਨਾ ਹੀ ਮੇਰੇ ਕੰਮ 'ਚ ਪੈਣ ਦੀ ਸੀਗੀ। ਉਹ ਕਹਿੰਦਾ, ਉਹਨੇ ਇੱਕ ਚੀਜ਼ ਆ ਕੇ ਕਹੀ, ਕਹਿੰਦਾ ਪਾਪਾ ਇਹ ਜਿਹੜੇ ਕੈਸ਼ੀਅਰ ਸਾਹਿਬ ਆ ਇਹ ਸੁੱਖੀ ਜੀ ਸੁੱਖੀ ਨਹੀਂ ਹੈ ਨਾ, ਇਹ ਰਾਵਣ ਹੈ। ਮੰਨ ਲਓ ਇੱਕ ਬੱਚਾ ਤੁਸੀਂ ਉਹਨੂੰ ਦੇਖ ਸਕਦੇ ਹੋ, ਪੀਯੂਸ਼ ਗੁਪਤਾ ਉਹਦਾ ਨਾਮ ਹੈ, ਉਹਦਾ ਚੌਧਰੀ ਬਲਵੀਰ ਸਿੰਘ ਪਬਲਿਕ ਸਕੂਲ ਉੱਥੇ ਪੜ੍ਹਦਾ ਹੈ। ਉਹਦਾ ਤੁਸੀਂ ਰਿਕਾਰਡ ਦੇਖ ਲਓ, ਟੀਚਰਾਂ ਨੂੰ ਪੁੱਛ ਲਓ ਬੱਚਾ ਕੈਸਾ ਪੜ੍ਹਨ 'ਚ, ਹਰ ਵਾਰ ਫਸਟ ਆਉਂਦਾ ਸਰ। ਮਤਲਬ ਕਿ ਉਹ ਇਹ ਨਹੀਂ ਕਿ ਇੱਕ ਵਾਰ ਪੜ੍ਹਨ 'ਚ ਇੰਨਾ ਅੱਛਾ। ਉਹ ਪਰਸਨ ਉਹਦੀ ਜਿਹੜੀ ਟੀਚਰ ਵੀ ਮਤਲਬ ਚਲੋ ਜੋ ਵੀ ਹੈ, ਉਹ ਸਪੋਰਟਸ ਵਿੱਚ ਵੀ ਉਹ ਸਿਰ ਕਰਾਟਿਆਂ ਵਿੱਚ ਵੀ ਉਹ ਮਤਲਬ ਮੈਡਲ ਲੈ ਚੁੱਕਾ ਕਾਫੀ ਅੱਛੇ। ਵੱਲੋਂ ਕੀ ਕੁਝ ਕਿਹਾ ਗਿਆ? ਸਪੋਰਟਸਮੈਨ ਵੀ ਹੈ ਸਰ ਉਹ। ਉਹਨੇ ਮੈਨੂੰ ਇੱਕੋ ਹੀ ਚੀਜ਼ ਕਹੀ ਕਾਕਾ ਕਿ ਪਾਪਾ ਇਹ ਰਾਵਣ ਹੈ, ਇਹ ਬੰਦੇ ਨਹੀਂ ਹੈ, ਇਹ ਤੇ ਹਿਟਲਰ ਨਾਲੋਂ ਵੀ ਜ਼ਿਆਦਾ ਬੁਰੇ ਹੈ। ਮੈਂ ਭਵਿੱਖ 'ਚ ਕੰਮ ਨਹੀਂ ਕਰੂੰਗਾ, ਕਦੇ ਝੰਡੇ ਦਾ ਕੰਮ ਨਹੀਂ ਕਰੂੰਗਾ। ਮੈਂ ਕਿਹਾ ਬੇਟੇ ਸਾਨੂੰ ਨੌਲੇਜ ਇਹਦੀ ਹੈ, ਡਾਈ ਬਲੌਕ ਮਸ਼ੀਨਾਂ ਸਾਰੀਆਂ। कह रहा मैं ये काम नहीं करूँगा, मैं किसी नेता पे भरोसा नहीं करूँगा, किसी भी नेता पे भरोसा नहीं करूँगा। पूछा नहीं क्यों? कोई गल नहीं पूछी ਉਹਦੇ ਤੋਂ? सर अपनी मम्मी को जाके रोन लग गया ਸੀਗਾ। ਉਹਦੀ ਦਾਦੀ ਨੇ ਪੁੱਛਿਆ, ਉਹਦੇ ਦਾਦੀ ਕੋਲ ਜਾ ਕੇ ਮੋਢੇ ਤੇ ਲਾ ਕੇ ਰੋਂਦਾ ਰਿਹਾ। ਉਹਦੇ ਘਰ ਆ ਕੇ ਸਿੱਧਾ ਆ ਕੇ ਜਿਹੜਾ ਰੋਣ ਲੱਗ ਗਿਆ ਜਾਂ ਕੀ ਕੁਝ ਸਟਾਰਟਿੰਗ ਥੋੜਾ ਡਿਟੇਲ ਚ ਦੱਸੋ। ਕਹਿੰਦਾ ਇਹ ਹੰਕਾਰ ਵਾਲੇ ਬੰਦੇ ਆ, ਹੰਕਾਰ ਨਾਲ ਗੱਲ ਕਰਦੇ, ਇਹਨਾਂ ਨੂੰ ਕੋਈ ਬੰਦੇ ਦੇ ਨਾਲ। ਕਹਿੰਦਾ ਮੈਨੂੰ ਕਹਿ ਰਹੇ ਆ ਤੁਹਾਨੂੰ ਪੇਮੈਂਟ ਦੀ ਆਪਣੀ ਪਈ ਹੈ, ਪਾਰਟੀ ਕੋ ਫੰਡ ਨਹੀਂ ਹੈਗੇ, ਪਾਰਟੀ ਕੋ ਫੰਡ ਨਹੀਂ ਹੈਗੇ। कह रहा पापा बाकी फंक्शन हो रहे हैं, मैं अखबारों च देख रहे हैं, बाकी फंक्शन कैसे हो रहे हैं, किन्ना कुछ बन रहे हैं, किन्ना कुछ लै रहे। फिर उस बंदे ने कहा, कहता NRI तो इन्ने पैसे, मैनू नहीं इन्ना पता, वो भी थोड़ा बहुत अखबार पढ़ता है, कहता NRI तो इन्ने पैसे लै रहे हैं, ਇਹਦਾ मतलब कि ये NRI नाग पाल रहे हैं कि ਸੱਪਾਂ ਨੂੰ ਦੁੱਧ ਪਿਲਾਉਣ ਨੂੰ, ਕਿ ਹੋਰ ਲੋਕਾਂ ਨੂੰ ਡੰਗਣ ਤੇ ਫੈਕਟਰੀਆਂ ਮਤਲਬ ਸਾਡੇ ਵਰਗੇ ਬੰਦਿਆਂ ਦਾ ਕੰਮ ਬੰਦ ਕਰਾਉਣ। ਕਹਿੰਦਾ NRI ਉਹਨੇ ਬੰਦੇ ਨੇ, ਮੈਂ ਸਰ ਡਿਟੇਲ ਹੋਰ ਪਹਿਲਾਂ ਉਹ ਕਹਿੰਦਾ ਕਿ ਇਹਨਾਂ ਨੂੰ NRIਆਂ ਨੂੰ ਰੋਕਣਾ ਚਾਹੀਦਾ ਤੁਹਾਨੂੰ। ਮੈਂ ਕਿਹਾ ਮੈਂ ਕੈਸੇ ਰੋਕ ਸਕਦਾ, ਮੇਰਾ ਲੈਣਾ ਦੇਣਾ ਕੀ ਹੈ। ਕਹਿੰਦਾ ਅਗਰ ਇਹ NRIਆਂ ਨੂੰ ਚਾਹੀਦਾ ਕਿ ਉੱਥੇ ਹੀ ਆਪਣਾ ਕੋਈ ਫੋਰਨ ਵਿੱਚ ਹੀ ਕਰ ਲੈਣ, ਬਜਾਏ ਕਿ ਇੱਦਾਂ ਦੀ ਪਾਰਟੀ ਨੂੰ ਪੈਸੇ ਦੇਣ ਦੇ ਜਿਹੜੇ ਕਿ ਇੰਡੀਆ ਦੀ ਇੰਡਸਟਰੀ ਤਬਾਹ ਕਰ ਰਹੇ ਆ ਔਰ ਮਤਲਬ ਕਿ ਸਾਡੇ ਮਨ ਖਰਾਬ ਕਰ ਰਹੇ ਆ। ਤੁਸੀਂ ਇਸ ਤੋਂ ਦੇਖ ਲਓ ਕਿੱਥੇ ਤੱਕ ਮਤਲਬ ਇਹਨਾਂ ਨੇ ਦਿਲ ਤੋੜਿਆ ਹੋਊਗਾ ਉਹਦਾ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਗੱਲ ਦੱਸੀ, ਉਸ ਤੋਂ ਬਾਅਦ ਤੁਹਾਡਾ ਰਿਐਕਸ਼ਨ ਕੀ ਸੀਗਾ ਇਸ ਤੋਂ ਇਹਨੂੰ ਲੈ ਕੇ? ਫਿਰ ਤੁਸੀਂ ਗੱਲ ਕੀਤੀ ਉਹਨਾਂ ਨਾਲ? ਸੁਖੀ ਜੀ ਨਾਲ ਮੈਂ ਫੋਨ ਤੇ ਗੱਲ ਕੀਤੀ। ਉਹ ਕਹਿੰਦੇ ਮੈਂ ਬੇਟੇ ਨੂੰ ਇਹੀ ਸਮਝਾ ਕੇ ਭੇਜਿਆ ਸੀਗਾ ਵੀ ਪੈਸੇ ਹਾਲੇ ਪਾਰਟੀ ਕੋਲ ਨਹੀਂ ਹੈਗੇ ਤੇ ਹੋਰ ਤੇ ਉਹਦੇ ਨਾਲ ਆਪਣੇ ਤੁਸੀਂ ਦੱਸੋ। ਮੈਂ ਕਿਹਾ ਸਰ ਮੈਂ ਜ਼ਿਆਦਾ ਨਹੀਂ ਇਸ ਚੀਜ਼ ਪੈਣਾ ਚਾਹੁੰਦਾ ਕਿ ਉਹ ਵੈਸੇ ਵੀ ਨੱਕ ਫਲਾ ਕੇ ਜੇ ਕੋਲ ਆਓ ਮੱਥਾ ਇਕੱਠਾ ਕਰਕੇ ਇਸ ਤਰ੍ਹਾਂ ਨੱਕ ਫਲਾ ਲੈਂਦੇ ਆ, ਗੱਲ ਇਸ ਤਰ੍ਹਾਂ ਕਰਦੇ ਆ, ਥੋੜ੍ਹੇ ਦਿਨ ਰੁਕੋ 15 ਦਿਨ ਰੁਕੋ। ਸਰ ਮੈਨੂੰ ਇਹਨਾਂ ਨੇ ਮੇਰੀ ਫ਼ੋਨ ਦੇ ਵਿੱਚ ਰਿਕਾਰਡਿੰਗ ਇਹਨਾਂ ਦੇ ਕੋਲ ਦੀ ਹੈ, ਇਸ ਤਰ੍ਹਾਂ ਕਰ ਰਹੇ ਸੀਗੇ ਕਿ ਜਿੱਦਾਂ ਨੀਨਾ ਇਹਨਾਂ ਦੀ ਕੋਈ ਅਸਿਸਟੈਂਟ ਆਉਂਦੀ ਹੈ, ਨੀਨਾ ਗਈ ਹੋਈ ਹੈ, ਆਉਂਦੀ ਹੈ ਮੈਂ ਤੁਹਾਡੇ ਪੈਸੇ ਕਰਵਾ ਦਿੰਦਾ। ਸਰ 0.1% ਕਿੰਨਾ ਹੁੰਦਾ ਮਤਲਬ ਕਿ 1% 1/10%। ਕਹਿੰਦੇ 0.1% ਸ਼ਾਇਦ ਤੁਹਾਡੇ ਪੈਸੇ ਨਾ ਮਿਲਣ ਤੇ ਵੈਸੇ ਤੁਹਾਡੀ 0.1% ਨੈਕਸਟ ਡੇ ਹੋ ਸਕਦੇ, ਸ਼ਾਇਦ ਅੱਜ ਹੀ ਤੁਹਾਡੇ ਮੈਂ ਪੈਸੇ ਕਰਵਾ ਦਊਂਗਾ। ਤੇ ਤੁਸੀਂ ਉਹ ਰਿਕਾਰਡਿੰਗ ਸੁਣਾ? 15-20 ਦਿਨ ਹੋ ਗਏ ਆ ਇਸ ਚੀਜ਼ ਨੂੰ ਵੀ। ਮੈਂ ਉਹਦੇ ਬਾਅਦ ਦੇਖੋ ਹੁਣ ਆਇਆ ਪੈਸੇ ਲੈਣ, ਮੈਂ ਕਿੰਨੀ ਹੋਪ ਨਾਲ ਆਇਆ, ਕਹਿ ਰਹੇ ਜੀ 15 ਦਿਨ ਹੋਰ ਰੁਕ ਲਓ।
ਜਿਹੜੇ 3 ਸਾਲ ਪਹਿਲੇ 15 ਦਿਨ ਕਹਿ ਰਹੇ ਆ, 3 ਸਾਲ ਪਹਿਲੇ ਵੀ 15 ਦਿਨ ਹੋਰ ਰੁਕ ਲਓ, ਅੱਜ ਵੀ 15 ਦਿਨ ਹੋਰ ਰੁਕ ਲਓ। ਸਰ ਇਹਦਾ ਕੀ ਮੀਨਿੰਗ ਕੀ ਹੋਇਆ? ਮਤਲਬ ਮੈਂ ਮੰਨ ਲਓ ਕਿ 3 ਸਾਲ ਬਾਅਦ ਮੈਂ 50 ਸਾਲ ਦਾ ਹੋ ਜਾਊਂਗਾ, ਫਿਰ ਉਹਦੇ ਬਾਅਦ ਫਿਰ 3 ਸਾਲ 53 ਸਾਲ ਦਾ ਹੋ ਜਾਊਂਗਾ। ਮੈਂ ਇੰਨਾ ਨੱਠ ਭਜਾਈ ਹੁਣ ਕਰ ਰਿਹਾ। ਜਿਹੜੀ ਰਿਕਾਰਡਿੰਗ ਤੁਹਾਡੇ ਵੱਲੋਂ ਕੀਤੀ ਗਈ ਹੈ ਕੀ ਤੁਸੀਂ ਸੁਣਾ ਸਕਦੇ ਹੋ ਹਾਂ ਸਾਨੂੰ? ਸਰ, ਹਾਂਜੀ, ਇਹਦੇ ਵਿੱਚ ਇਹਨਾਂ ਦੀ ਰਿਕਾਰਡਿੰਗ ਹੈ। ਦੇਖੋ ਸਰ, ਕਲੀਅਰ ਹੈ ਬਿਲਕੁਲ। ਮੈਂ ਰਿਕਾਰਡਿੰਗ, ਇਹ ਥੋੜੇ ਦਿਨਾਂ ਦੀ ਰਿਕਾਰਡਿੰਗ ਹੈ। ਪਹਿਲਾਂ ਤਾਂ ਇਹਨਾਂ ਨੇ ਬੜਾ ਕੁਝ ਮੈਨੂੰ ਕਿਹਾ ਕਿ ਇੱਕ ਗੈਰੀ ਨਾਮ ਦੇ ਬੰਦੇ ਆ ਸਰ, ਉਹ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ, ਮੈਂ ਉਹਦਾ ਮਤਲਬ ਕਿ ਉਹ ਕਹਿੰਦੇ ਕਿ ਅਗਰ ਹਿਤੇਸ਼ ਜੀ ਤੁਸੀਂ ਮੈਨੂੰ ਪੈਸਿਆਂ ਲਈ ਜ਼ਿਆਦਾ ਜ਼ੋਰ ਲਗਾਇਆ ਨਾ, ਮੈਂ ਕੁਝ ਖਾ ਕੇ ਮਰ ਜਾਊਂਗਾ। ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਇਹ ਸੰਵਿਧਾਨ 'ਚ ਇਹਨਾਂ ਦੇ ਇਹ ਲਿਖਿਆ ਕੋਈ ਪੈਸੇ ਮੰਗੇ ਤੇ ਉਹਨੂੰ ਇਹ ਬੰਦਾ ਕਹੇ ਕੁਝ ਖਾ ਕੇ ਮਰ ਜਾਊਂਗਾ। ਅਗਰ ਸਰ ਉਹ ਬੰਦਾ ਇਨਕਾਰ ਕਰਦਾ ਗੱਲ ਤੋਂ, ਉਹ ਕੋਈ ਧਾਰਮਿਕ ਜਿਸ ਚੀਜ਼ ਨੂੰ ਮੰਨਦਾ ਵਾ, ਉਹਦੇ ਵਿੱਚ ਨਹਾ ਧੋ ਕੇ ਜਿੱਦਾਂ ਅਸੀਂ ਮਤਲਬ ਮੰਦਿਰ 'ਚ ਜਾਂਦੇ ਜਨੇਊ ਪਾਉਂਦੇ ਹਾਂ, ਅਗਰ ਉਹ ਸਾਡੇ ਸਿੱਖ ਧਰਮ ਨਾਲ ਬਿਲੋਂਗ ਕਰਦੇ ਆ, ਆਪਣੇ ਪਟਕਾ ਬਣ ਕੇ ਸੱਚੇ ਦਰਬਾਰ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਤੇ ਹੱਥ ਰੱਖ ਕੇ ਕਸਮ ਖਾਵੇ, ਜਾਂ ਮੈਂ ਗੀਤਾ ਤੇ ਹੱਥ ਰੱਖ ਕੇ ਜਾਂ ਮਾਤਾ ਭਗਵਤੀ ਦਾ ਭਾਗਵਤ ਪੁਰਾਣ ਤੇ ਰੱਖ ਕੇ ਕਸਮ ਖਾ ਲੂੰਗਾ ਕਿ ਉਹ ਮੰਨਣ ਨੂੰ ਇਨਕਾਰ ਨਹੀਂ ਕਰ ਸਕਦੇ ਗੈਰੀ ਜੀ। ਸਰ ਐਡੀ ਵੱਡੀ ਅਗਰ ਇਹ ਚੀਜ਼ ਸੱਚ ਵਾ, ਕਹਿ ਰਹੇ ਕਿ ਮੈਂ ਕੁਝ ਖਾ ਕੇ ਮਰ ਜਾਊਂਗਾ ਜੇ ਪੈਸੇ ਲਈ ਮੈਨੂੰ ਜ਼ੋਰ ਲਗਾਇਆ। ਤੇ ਕੁਝ ਰਿਕਾਰਡਿੰਗ ਹੈਗੀ ਹੈ ਤੁਹਾਡੇ ਕੋਲ ਇਦਾਂ ਦੀ? ਸਰ ਉਹ ਰਿਕਾਰਡਿੰਗ ਨਹੀਂ ਆ। ਮੈਂ ਨੀਨਾ ਮਿੱਤਲ ਜੀ ਨੂੰ ਇਹ ਗੱਲ ਕਹੀ ਸੀਗੀ, ਕਹਿੰਦੇ ਰਿਕਾਰਡਿੰਗ ਇਹ 1.5 ਸਾਲ ਸਵਾ ਸਾਲ ਪੁਰਾਣੀ ਗੱਲ ਹੈ। ਸੁਣਾਓਗੇ ਰਿਕਾਰਡਿੰਗ? ਇਹ ਜਿਹੜੀ ਇਹਨਾਂ ਦੀ ਇਹ ਗੱਲ ਸੁੱਖੀ ਜੀ ਦੀ ਮੈਂ ਤੁਹਾਨੂੰ ਸੁਣਾ ਦਿੰਨਾ। ਸੁੱਖੀ ਜੀ ਤੇ ਬਾਰ-ਬਾਰ ਇੱਕ ਦਿਨ ਜੀ ਕੀ ਕੈਸ਼ੀਅਰ ਨੇ ਇੱਥੇ? ਕੈਸ਼ੀਅਰ ਨੇ ਸਰ, ਹੁਣ ਕਹਿ ਰਹੇ ਪਾਰਟੀ ਦੇ ਸਾਰਾ ਕੈਸ਼ੀਅਰ ਕੈਸ਼ ਉਹ ਦੇਖਦੇ ਆ, ਸਟੇਟ ਕੈਸ਼ੀਅਰ ਨੇ, ਔਰ ਹੁਣ ਕਹਿ ਰਹੇ ਸੀ ਮੈਂ 10-15 ਦਿਨਾਂ ਤੋਂ ਚਾਰਜ ਮੀਨਾ ਮੈਡਮ ਨੂੰ ਦਿੱਤਾ ਹੈ ਤੇ ਉਹ ਮੀਨਾ ਮੈਡਮ ਕਹਿੰਦੇ ਹਾਲੇ ਮੇਰੇ ਕੋਲ ਪੂਰੀ ਤਰ੍ਹਾਂ ਚਾਰਜ ਨਹੀਂ ਆਇਆ। रिकॉर्डिंग है? हाँ जी, थोड़ी बात करूँ। पार्टनरशिप है या प्रोपराइटर में आपकी? प्रोपराइटरशिप है सर, जीएसटी नंबर है सर, बड़ी टाइट पोजीशन में चल रहा है कर। हाँ जी, बिहार का काम अब होता है। हाँ जी, अब होता है अगला फिर टाइट कैसे होगा? हाँ जी सर, कैसे? जब काम चल रहा है फिर टाइट कैसे हो गए? सर मटेरियल, रॉ मटेरियल भी ला रहे हैं और बड़ी ना मानेंगे नहीं, वो बड़ी बड़ी पैसे की शॉर्टेज भी चल रही है जी। आपको बता नहीं सकता कैसे है, मतलब प्लीज कर दीजिए कृपा सर, आप पे बड़ी होप रखी हुई है। परसों मेरे को कॉल करना है, इसी टाइम पर मैं सोल्यूशन बताता हूँ आपको। सर जी ऐसे परसों, उसके बाद अगली रिकॉर्डिंग सुनिए। कल मुझे 12 बजे फ़ोन करिए सर। ये देखिए कह रहे हैं कि कल मुझे 12 बजे। सर कोई बंदा फैक्ट्री चलाएगा कि इनको 1-1 घंटे बाद रिमाइंड कराएगा? इनको इतनी भी शर्म हज़ा इन्होंने उतार ली है कि। हेलो हेलो सर, कर दीजिए अब, कृपा कर दीजिए, आज तो गणेश जी का दिन है। एक नंबर भेजता हूँ। हाँ जी, मीना मित्तल का, उसको आप कॉल करो जी, किसी से बात होगी, एक बार आप बोल दो उसको। ठीक है सर, वो उनसे पूछ के वो कितने का बिल बना के दे देना उनको। वो उनसे बात तक और एक बार क्या बोलती है। ठीक है जी, दीजिए मुझे फोन नंबर। इससे पहली रिकॉर्डिंग में ये कर रहे हैं ये पैसे। ठीक है, अभी ये नीना मित्तल जी की रिकॉर्डिंग सुनाएंगे अब। नीना मित्तल जी को उन्होंने बोला है कि गुड मॉर्निंग सर। हाँ जी, तो संडे तो वैसे ही ऑफिस बंद रहता है। संडे को तो मैंने किया ही नहीं फोन सर। दो घंटे तक अपना मैं ऑफिस जाऊँगा, नीना भी आ जाएगी। नीना को मैंने बोला हुआ है सर, प्लीज करवा दीजिए। नहीं रहा ना, और नीना ले इसलिए उसको बोला हुआ है मैंने कि ये ऐसे करके चेक दे सकते हैं। ठीक है। ये रिकॉर्डिंग कितने पहला दी है सर? ये 7-8 दिन पहले की है, 10 दिन पहले की है। ਤੇ ਜਦੋਂ ਤੱਕ ਤੁਹਾਡਾ ਬਿੱਲ ਹੈ ਉਹ ਕਿੰਨਾ ਪੁਰਾਣਾ ਹੈ? 3 साल पुराना है सर। ये कह रहे हैं इसमें एक रिकॉर्डिंग में कहेंगे 0.1% भी तुम्हारा लेट नहीं होगा, मतलब 0.1% शायद अगले दिन हो जाए। इन्होंने सर इस तरह मुझे आजकल में पेमेंट कर रहे थे और कह रहे थे अब नीना मित्तल जी इंचार्ज बन गए हैं। वो कह रहे हैं मेरे पास तो कोई चार्ज ही नहीं है, अभी मेरे साइन नहीं चल रहे। ये कह रहे हैं नीना कर देगी, मैंने बोल दिया है अभी आपकी पेमेंट कर देगी। सर इसका मतलब क्या हुआ? अभी पेमेंट, वो नीना मित्तल जी कह रहे हैं मुझे, अब पहले कह रहे हैं अभी हफ्ता 10 दिन रुक जाओ। मैंने सर 10 दिन बाद उनको फ़ोन किया, कह रहे थे 1 हफ़्ता भी रुक लो। मैंने उनको 10 दिन बाद फ़ोन किया, मैं दीदी ये पैसे कर दीजिए अब। तो वो कह रहे हैं कि मैंने आपको अभी कहा था रुकने के लिए। मैं कहा ये 10 दिन, हफ्ता 10 दिन तो हो चुके हैं, अभी और रुकना पड़ेगा। मैं रिकॉर्डिंग सुनाऊंगे? कितने दिन लगेंगे? कह रहे अभी मुझे कुछ कह नहीं सकती मैं। ਜਿਹੜੇ 3 ਸਾਲ ਪੁਰਾਣੇ ਪੈਸੇ ਨੇ, 3 ਸਾਲਾਂ ਤੋਂ ਕੁਝ ਵੀ ਪੇਮੈਂਟ ਨਹੀਂ ਆਈ 3 ਸਾਲ ਦੇ ਪੀਰੀਅਡ ਦੇ ਵਿੱਚ?
ਸਰ ਜਿਸ ਤਰ੍ਹਾਂ ਜਿੰਨਾ ਕੁ ਮਟੀਰੀਅਲ ਲੈਂਦੇ ਸੀਗੇ ਇਹ ਉਹਦੀ ਕੁਝ ਪਹਿਲੇ ਵਾਲੀ ਥੋੜੀ ਜਿਹੀ ਪੇਮੈਂਟ ਇਹਨਾਂ ਨੇ 25-30 ਹਜ਼ਾਰ ਦੇ ਦੇਣੀ ਔਰ ਹੋਰ ਅੱਗੇ ਉਹਨਾਂ ਕੀ ਜਿੱਦਾਂ ਸ਼ਾਹਕੋਟ ਇਲੈਕਸ਼ਨ ਹੋਇਆ ਉਪ ਚੁਣਾਵ ਉਹਦੇ ਵਿੱਚ 18,000 ਰੁਪਏ ਦਾ ਮਟੀਰੀਅਲ ਲੈ ਲਿਆ। ਵਿੱਚ ਦੀ ਮੈਂ ਨਗਰ ਨਿਗਮ 'ਚ ਲੁਧਿਆਣੇ ਸੀਗਾ, ਗੈਰੀ ਜੀ ਨੇ ਮੈਨੂੰ 15,000 ਰੁਪਏ ਮੇਰੇ ਅਕਾਊਂਟ 'ਚ ਪਾ ਦਿੱਤਾ। ਇਸ ਤਰੀਕੇ ਨਾਲ 18,000 ਦਾ ਮਾਲ ਲੈ ਕੇ 15,000 ਅਕਾਊਂਟ 'ਚ, ਉਹ ਵੀ ਕੈਸੇ ਲਿੱਤਾ, ਰੇਟ ਟੂ ਰੇਟ। ਫਿਰ ਕੋਈ ਪਟਿਆਲੇ ਵਿੱਚ ਇਹਨਾਂ ਦਾ ਫੰਕਸ਼ਨ ਹੈ, ਉਹਦੇ ਲਈ ਮਟੀਰੀਅਲ ਥੋੜਾ ਮੰਗਾ ਲਿਆ, ਪੈਸੇ ਨਹੀਂ ਦੇਣੇ ਉਹਦੇ। ਫਿਰ ਮੈਨੂੰ ਮੀਤ ਸਾਹਿਬ ਜਿਹੜੇ MLA ਆ ਉਹਨਾਂ ਦੇ ਸਾਹਮਣੇ ਵੀ ਕਹਿ ਰਹੇ ਇਹ ਐਸੇ ਭਾਈ ਸਾਹਿਬ ਹੈ, ਇਹ ਪੈਸੇ ਨਹੀਂ ਲੈਂਦੇ, ਮਟੀਰੀਅਲ ਦੇ ਦਿੰਦੇ। ਮੈਂ ਕਿਹਾ ਨਹੀਂ ਸਰ, ਪੈਸਿਆਂ ਦੀ ਜ਼ਰੂਰਤ ਹੁਣ ਤੇ ਕਰ ਦਿਓ। ਮਤਲਬ ਸਰ ਮੇਰੀ ਮੈਂ ਤਾਰੀਫ ਕਰਵਾਈ ਜਾਵਾਂ ਪੈਸੇ ਨਾਲ ਲਵਾਂ, ਇਸ ਤਾਰੀਫ ਨਾਲ ਮੇਰੀ ਰੋਜ਼ੀ ਰੋਟੀ ਥੋੜੀ ਚੱਲੇਗੀ ਸਰ। ਮੈਂ ਸਰ ਸਾਰੀਆਂ ਰਿਕਾਰਡਿੰਗ ਤੁਹਾਨੂੰ ਭੇਜ ਦਿੰਦਾ ਫੋਨ ਤੇ, ਤੁਸੀਂ ਉਹਨੂੰ ਨਹੀਂ ਇੱਕ ਵਾਰੀ ਤੁਸੀਂ ਸੁਣਾ ਦਿਓ ਨੀਨਾ ਮਿੱਤਲ ਜੀ ਦੀ ਜਿਹੜੀ ਰਿਕਾਰਡਿੰਗ ਹੈ, ਕੀ ਕੁਝ ਕਹਿ ਰਿਹਾ ਰਿਕਾਰਡਿੰਗ ਦੇ ਵਿੱਚ ਬਿੱਲਾਂ ਨੂੰ ਲੈ ਕੇ। ਹਾਂਜੀ हाँ जी दीदी नमस्ते। नमस्ते जी। दीदी वो पेमेंट के लिए कुछ हो जाएगा? सुखी सर कह रहे थे, मैंने वो बोल तो दिया, क्लियर है, वो अंडरस्टैंड, पेमेंट समझ है उसकी, पक्का पता है कि नहीं मैं ये नहीं कह रही कि आपकी पेमेंट सही नहीं है। मतलब उनकी नॉलेज में है पूरा वो। नहीं अभी तक जो सारा अकाउंट है ना, हाँ जी, वो सारा अभी सुखी बाजी के पास है, बैंक वगैरह। अच्छा, तो मेरे पास अभी बैंक में साइन वगैरह मेरे अभी स्टार्ट नहीं हुए, वो 5-7 दिन 10 दिन लग जाएंगे। ठीक है। तो वो जैसे वो कह रहे थे, वो सर कह रहे थे मैंने सारा चार्ज उनको दे दिया, वो ही करेंगे। मैं काफी दीदी मैंने काफी दिन से इंतजार की इनकी, बस 2 दिन। थोड़ा एंडिंग सुनाओगे लास्ट की कह रहे? अच्छा, गैरी सर कह रहे हैं आपके पास तो अपना गुरदासपुर का उपचुनाव था 2017 में, मैं गुड़गांव था, नगर निगम कर रहा। नगर निगम में अच्छे रेट मिल जाते हैं, मैं वो छोड़ के गुरुग्राम में वहाँ पे माल दिया, फिर मैं गुरुग्राम आया। आपने उस दिन भी बताया था सारा। अच्छा, मैं समझती हूँ आपके साथ क्या दीदी उसके बाद मजे की बात देखिए, मजे की बात, मैं 2 बच्चों का बाप हूँ, एक मेरी बुढ़ी मम्मी है। उसको ये गैरी सर कह रहे हैं, मैंने कहा सर मेरा बच्चा 9वीं में था, अब तो 12वीं में हो गया, प्लीज पेमेंट कर देते। कह रहे मैं कुछ खा के मर जाऊंगा तो तुम्हारा नाम ले लूंगा। अच्छा, गैरी सर कह रहे हैं। आपके पास उसका रिकॉर्डिंग है कोई? मैं रिकॉर्डिंग ऐसी रख नहीं पाया, ऐसी रिकॉर्डिंग कई बार फोन पे उठ जाती है ना। हाँ मैं ना कभी दीदी देखो हमारा तो होता है काम के, कसम से मैं दुर्गा माता का मैंने मतलब नाम मैं उसको हाजिर जान के कह रहा हूँ, माता को सच में इन्होंने ऐसी चीज बोली हो अगर, तो दिल पे क्या बीतती है। बिल्कुल बिल्कुल। अगर ये फिर से मेरे से माल उधार मांगेंगे तो ये मैं यही कहूंगा भाई साहब कोई जिंदगी जीने देंगे या मतलब के हमारी जिंदगी नरक करेंगे, है ना जी। आखिर हम बाल बच्चों वाले हैं तो हम सर ये तो ड्रामा है, मेरे पास चार्ज नहीं है, मेरे पास उसका ये आ गया वो आ गया। पहले सुखी जी सारे ऑल इन ऑल हैं। सुखी जी कह रहे थे अभी मैं गांव गया हुआ था, अभी 2 बजे फ़ोन करो, कल फ़ोन करो। सर आदमी एक ट्रेडिंग कर रहा है, ट्रेडर तो एक जगह से उठा के दे देगा दूसरे को, उसने पैसे कमाने हैं। एक मैन्युफैक्चरर सर फैक्ट्री चलाएगा कि इनको रिमाइंडर कराएगा और चक्कर लगाएगा चंडीगढ़ के। ट्रेडिंग और मैन्युफैक्चरर में फ़र्क है। ट्रेडर के इनको रेट नहीं पसंद आते, जब रेट लेते हैं सर उसका DNA टेस्ट सभी बाइंडरों को बुलाते हैं, पूरे भारत से जगह जगह से रेट ले जाते हैं, जगह जगह से। और गैरी सर तो इसके शातिर आदमी हैं, ये तो ऐसे आदमी हैं हमसे रेट करके हमारा माल बनना स्टार्ट हो जाता है, उसे कहते हैं अभी नहीं चाहिए। आदमी की मतलब जल जाए जो भी जलना, उसकी मतलब अरमान हो जाओगी, वो उसकी लेबर जहाँ उसने मटेरियल लेके आया है वो कहाँ डालेगा सर। रोटो कपड़ा है, कोई साटन मांग रहा है, कोई नॉन वोवन मांग रहा है, तो वो किसको कपड़ा देगा। जब किसी की ज़रूरत होगी तभी वो उसका माल बनाना स्टार्ट करेगा। ਹੁਣ ਤੁਸੀਂ ਕਿੱਥੇ ਦਿੱਲੀ ਰਹਿੰਦੇ ਹੋ ਜਾਂ ਤੁਸੀਂ ਚੰਡੀਗੜ੍ਹ ਰਹਿੰਦੇ ਹੋ, ਕਿਉਂਕਿ ਲਗਾਤਾਰ ਤੁਹਾਡੇ ਵੱਲੋਂ ਜਿਹੜਾ ਧਰਨਾ ਇੱਥੇ ਲਾਇਆ ਜਾ ਰਿਹਾ सर मैं परमानेंट दिल्ली रह रहा है, मेरा दिल्ली किशनगंज मेरा रेजिडेंस है पुराना, लेकिन मैं इंडस्ट्री एरिया अपनी फैक्ट्री ਦੇ ਵਿੱਚ ਹੀ अपना ने रिहाइश रखी है कि कोरोना ਦੇ ਚੱਕਰ 'ਚ ਕੰਜਸਟ ਏਰੀਆ ਕਿਸ਼ਨਗੰਜ ਹੈ, ਉੱਥੇ ਕੰਜਸਟ ਏਰੀਆ ਛੋੜ ਕੇ ਮੈਂ ਇੰਡਸਟਰੀ ਏਰੀਆ ਵਿੱਚ ਹੀ ਸੋ ਰਿਹਾ, ਨਹੀਂ ਤੇ ਮੈਂ ਰਾਤ ਨੂੰ ਵਾਪਸ ਆਉਂਦਾ ਹੁੰਦਾ। ਇਹ ਚੰਡੀਗੜ੍ਹ ਦਿੱਲੀ ਸਰ, ਦਿੱਲੀ ਰੋਨੀ ਔਰ ਬਵਾਨਾ ਦੇ ਵਿੱਚ ਲਗਾਤਾਰ ਇੱਥੇ ਧਰਨਾ ਲਾ ਰਹੇ ਹੋ ਤੇ ਹੁਣ ਕਿੱਥੇ ਰਹਿ ਰਹੇ ਹੋ ਤੁਸੀਂ? ਸਰ ਮੈਂ ਤੇ ਹੋਰ ਹੋਟਲ ਵਗੈਰਾ 'ਚ ਤੇ ਕੁਛ ਐਸੇ ਹੁੰਦੇ ਆ, ਮੈਂ ਪੈਸੇ ਵੀ ਜ਼ਿਆਦਾ ਨਹੀਂ ਲੈ ਕੇ ਆਇਆ ਸੀਗਾ,
500-600 रुपये ਨਾਲ ਆ ਗਿਆ ਮੈਂ ਕਿਹਾ ਇਹਨਾਂ ਤੋਂ ਪੇਮੈਂਟ ਲੈਣੀ ਹੈ, ਕਲੀਅਰ ਆਏ ਤੇ ਮੰਨ ਰਹੇ ਆ ਕਿ ਮਿਲ ਜਾਏਗੀ। ਮੈਂ ਗੁਰਦੁਆਰਾ ਸਾਹਿਬ ਰਹਿ ਰਿਹਾ ਸਰ, 38 ਨੰਬਰ ਗੁਰਦੁਆਰਾ ਸਾਹਿਬ ਰਹਿ ਰਿਹਾ। ਉੱਥੇ ਸਰ ਇੰਨੀ ਪ੍ਰੋਟੈਕਸ਼ਨ ਨਾਲ ਅਸੀਂ ਚੱਲਦੇ ਹਾਂ। ਇੱਥੇ ਜ਼ਮੀਨ ਤੇ ਦੇਖੋ, ਅਸੀਂ ਜ਼ਮੀਨ ਤੇ ਬੈਠੇ ਹਾਂ। ਕੋਈ ਕਰੋਨਾ, ਅਗਰ ਕੋਈ ਕਰੋਨਾ ਦੀ 19-21 ਹੋ ਜਾਵੇ ਤੇ ਇਹ ਆਮ ਆਦਮੀ ਪਾਰਟੀ ਸਰ ਜ਼ਿੰਮੇਵਾਰ ਹੈ। ਮੇਰਾ ਕੈਰੀਅਰ ਔਰ ਮੇਰੇ ਬੱਚੇ ਦਾ ਕੈਰੀਅਰ ਅਗਰ ਰਿਸਕੀ ਕਰ ਰਹੇ ਨੇ ਇਹ ਪਾਰਟੀ ਦਾ ਸੰਵਿਧਾਨ ਆ। ਮੇਰੀ ਮਿਸਿਸ ਪਰੇਸ਼ਾਨ ਹੋ ਰਹੀ ਹੈ। ਮੇਰੀ ਮੰਮੀ ਨੂੰ ਟੈਂਪਰੇਚਰ ਹੋ ਗਿਆ, 85 ਸਾਲ ਦੇ ਨੇ ਉਹ ਉਹਨਾਂ ਨੂੰ ਇਸੀ ਚਿੰਤਾ ਵਿੱਚ ਕਿ ਮੇਰਾ ਬੇਟਾ ਸੜਕ ਤੇ ਬੈਠਾ ਹੈ। ਉਹ ਮਿਸਿਸ ਨੇ ਉਹਨਾਂ ਨੂੰ ਕਿਹਾ ਕਿ ਸੜਕ ਤੇ ਬੈਠਾ। ਇੱਕ ਸਰ ਸਾਰਾ ਡਿਸਟਰਬ ਕੀਤਾ ਹੈ ਪੂਰੀ ਫੈਮਿਲੀ, ਔਰ ਮੈਨੂੰ ਵੀ ਡਿਸਟਰਬ ਕੀਤਾ ਹੈ। ਔਰ ਕਲੀਅਰ ਪੈਸੇ ਲੈਣੇ ਆ ਸਰ, ਕੋਈ ਉਹਦੇ 'ਚ ਕੋਈ ਉਹ ਦੋਰਾ ਹੀ ਨਹੀਂ ਹੈ ਕਿ ਇਹਦੇ ਵਿੱਚ ਕਿੰਨੇ ਦਿਨਾਂ ਤੋਂ ਤੁਸੀਂ ਜਿਹੜਾ ਗੁਰਦੁਆਰਾ ਸਾਹਿਬ ਵਿੱਚ ਰਹਿ ਰਹੇ ਹੋ 38 ਦੇ ਵਿੱਚ, ਕਿੰਨੇ ਦਿਨ ਹੋ ਗਏ ਤੁਹਾਨੂੰ? ਮੈਂ ਸਰ 2 ਰਾਤ ਉੱਥੇ ਰੁਕਿਆ। ਅੱਜ ਮੇਰਾ ਤੀਸਰਾ ਦਿਨ ਆ ਇਹਨਾਂ ਦੇ ਕੋਲ, ਇਹਨਾਂ ਦੇ ਇੱਥੇ ਹੀ ਮਤਲਬ ਜੋ ਸਜ਼ਾ ਭੁਗਤ ਰਿਹਾ ਮੈਂ ਇਹਨਾਂ ਦੇ ਕੋਲ ਆ ਕੇ। ਸਰ ਇੱਕ ਚੀਜ਼ ਹੋਰ ਮੈਂ ਕਹਿਣੀ ਚਾਹੂੰਗਾ, ਮੈਂ ਇਹ ਨਹੀਂ ਕਿ ਵੈਸੇ ਹੀ ਆ ਗਿਆ ਕਿ ਇਹਨਾਂ ਨੂੰ ਮਤਲਬ ਕਿ ਪੂਰੀ ਹੋਪ ਨਾਲ ਤੁਸੀਂ ਪਰਸਨ ਦੇਖੋ, ਆਪਾਂ ਫੈਕਟਰੀ ਦਾ ਤਾਲਾ ਲਗਾ ਕੇ ਆਏ ਹਾਂ। ਅਗਰ ਇਸ ਦਾ ਕੋਈ ਪ੍ਰੂਫ ਚਾਹੀਦਾ ਇੱਥੋਂ ਫੋਨ ਕਰਨ, ਜੋ ਵੀ ਖਰਚਾ ਹੁੰਦਾ ਉਹਨੂੰ ਮੇਰੀ ਫਰਮ ਪੇ ਕਰੇਗੀ, ਚਾਹੇ ਮੈਂ ਉਹਨੂੰ ਮਸ਼ੀਨ ਵੇਚ ਕੇ ਕੋਈ ਪੇ ਕਰਾਂ। ਅਗਰ ਇਹਨਾਂ ਦੀ ਸਪਸ਼ਟੀਕਰਨ ਚਾਹੀਦਾ, ਉੱਥੇ ਮੇਰਾ ਪੂਟ ਖੁਰਦ ਮੈਂ ਐਡਰੈਸ ਦਿੰਨਾ, ਉੱਥੇ ਪੈਰਾ ਲਗਵਾ ਦੇਣ ਕਿ ਫੈਕਟਰੀ ਬੰਦ ਆ ਜਾਂ ਨਹੀਂ। CCTV ਵਿੱਚ ਪੂਰਾ ਰਿਕਾਰਡ ਹੋਏਗਾ। ਉਹਦੀ ਚਾਬੀ ਮੇਰੀ ਬੈਗ ਦੇ ਵਿੱਚ ਹੈ, ਇਸ ਬੈਗ ਦੇ ਵਿੱਚ ਹੈ ਚਾਬੀ। ਇਸ ਬੈਗ ਦੇ ਵਿੱਚ ਮੇਰੀ ਫੈਕਟਰੀ ਦੀ ਚਾਬੀ ਆ, ਜਿਹੜੀ ਮੈਂ ਸੁਖੀ ਸਾਹਿਬ ਨੂੰ ਮੈਂ ਪਹਿਲਾਂ ਕਹਿ ਰਿਹਾ ਸੀਗਾ, ਸਰ ਮੈਂ ਫੈਕਟਰੀ ਦਾ ਤਾਲਾ ਲਗਾ ਕੇ ਤੁਹਾਨੂੰ ਚਾਬੀ ਦੇ ਦੇਵਾਂ। ਇਹ ਮੇਰੀ ਫੈਕਟਰੀ ਦੀ ਚਾਬੀ ਹੈ, ਟੋਟਲ ਚਾਬੀਆਂ ਸਾਰੀਆਂ। ਔਰ ਇਹ ਤਾਲਾ ਲਗਾ ਕੇ ਆਇਆ, ਚਾਹੇ ਮੈਨੂੰ ਇੱਥੋਂ ਕਿਸੇ ਦੇ ਨਾਲ ਭੇਜ ਦੇਣ, ਬੱਸ ਵਿੱਚ ਚਾਹੇ ਗੱਡੀ 'ਚ ਚਾਹੇ ਕਿਸੇ ਚੀਜ਼ 'ਚ ਵੀ, ਇਹ ਤਾਲੇ ਨਾਲ ਫੈਕਟਰੀ ਖੁੱਲ੍ਹੇਗੀ। ਔਰ ਸਰ ਉਹਦੇ ਵਿੱਚੋਂ ਇਹ ਨਹੀਂ ਕਿ ਫੈਕਟਰੀ ਹੋਏਗੀ, ਉਹਦੇ ਵਿੱਚ ਬਿਹਾਰ ਦੀ ਵਿਧਾਨ ਸਭਾ ਦਾ ਮਾਲ ਬਣਿਆ ਵੀ ਹੋਏਗਾ, ਬਿਨਾਂ ਬਣੇ ਦੇ ਵੀ ਹੋਏਗਾ, ਜਿਹੜਾ ਸਟੇ ਔਰ ਬਣਨ ਵਾਲਾ ਹੋਏਗਾ। ਤੁਸੀਂ ਦੇਖੋ 28 ਤਰੀਕ ਨੂੰ ਪਹਿਲੇ ਸਟੈਪ ਦੀਆਂ ਇਲੈਕਸ਼ਨ ਦੀਆਂ ਚੋਣਾਂ ਆ। ਅੱਜ ਮੈਂ ਸਰ ਸਾਰੀ ਇਹਨਾਂ ਨੇ ਹਾਈ ਕਮਾਂਡ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦਾ, ਅਗਰ ਤੁਹਾਡੀ ਵਿਧਾਨ ਸਭਾ ਕੋਈ ਡਿਸਟਰਬ ਕਰ ਦੇਵੇ, ਅਗਰ ਤੁਹਾਡੀ ਵਿਧਾਨ ਸਭਾ, ਇਹ ਬਿਹਾਰ ਦੀ ਵਿਧਾਨ ਸਭਾ ਡਿਸਟਰਬ ਹੋ ਰਹੀ ਹੈ, ਤੁਹਾਡੀ ਇਲੈਕਸ਼ਨ ਦੀ ਕੰਪੇਨ ਕੋਈ ਡਿਸਟਰਬ ਕਰ ਦੇਵੇ, ਉਹ ਸਰ ਇਹ ਤਾਂ ਸ਼ਾਇਦ ਮਿਜ਼ਾਈਲਾਂ ਕਿਰਾਏ 'ਤੇ ਲੈ ਕੇ ਮਿਜ਼ਾਈਲਾਂ ਚਲਾ ਦੇਣ ਮੁਲਕ 'ਤੇ। ਮੈਂ ਕਹਿਣਾ ਨਹੀਂ ਚਾਹੁੰਦਾ, ਮੈਂ ਕੋਈ ਪਾਰਟੀ ਤੋਂ ਹਟ ਕੇ ਕਹਿਣਾ, ਇਹ ਤਾਂ ਮੋਦੀ ਦੇ ਆਲੇ ਦੁਆਲੇ ਕਹਿਣ ਮੋਦੀ ਨੇ ਸਾਰਾ ਕੰਮ ਕਰਾਤਾ। ਹਿਤੇਸ਼ ਉਹ ਜਾਂ ਜਿਹੜਾ ਵੀ ਬੰਦਾ ਇਹਨਾਂ ਦੀ ਡਿਸਟਰਬ ਕਰੇ, ਦੇਖੋ ਇਹਨਾਂ ਨੇ ਪਲਾਨ ਕੀਤਾ, ਇਹਨੂੰ ਮਾਰ ਦਿਓ, ਇਹਨੂੰ ਇਹਦੇ ਮਿਜ਼ਾਈਲਾਂ 'ਚ। ਸਰ ਇਹ ਤੇ ਆਲੇ ਦੁਆਲੇ ਸਾਰੇ ਬੈਰੀਕੇਡ ਲਗਾ ਦੇਣ ਔਰ ਮੁਲਕ ਦਾ ਜਲੂਸ ਕੱਢ ਦੇਣ ਅਗਰ ਇਹਨਾਂ ਦੀ ਵਿਧਾਨ ਸਭਾ ਡਿਸਟਰਬ ਹੋਵੇ। ਔਰ ਸਰ ਜਿਹੜੇ ਬਿਹਾਰ ਵਿੱਚ ਵਿਚਾਰੇ ਗੋਬਿੰਦ ਬਾਈ ਹੈ ਜਾਂ ਕੋਈ ਅਨੀਸ ਬਾਈ ਜਾਂ ਕੋਈ ਵੀ ਬਾਈ ਹੈ, ਉਹਨਾਂ ਦਾ ਮਾਲ ਬਣ ਰਿਹਾ, ਉਹ ਕੋਈ ਬੰਦੇ ਨਹੀਂ ਹੈ, ਉਹਨਾਂ ਦੀ ਕੰਪੇਨ ਨਹੀਂ ਹੈ। ਦਾ ਮਤਲਬ ਮੈਂ ਇੱਕ ਲਖਨਊ ਬਿੱਲਾ ਬਣਾ ਕੇ, ਇਹ ਤੇ ਬਿਹਾਰ ਦਾ ਮਾਲ ਆ, ਮੈਂ ਲਖਨਊ ਦਾ ਬੈਚ ਮੇਰਾ ਉੱਥੇ ਪਿਆ ਆ ਬਣਨ ਵਾਲਾ, ਉਹ ਬੈਚ ਨਹੀਂ ਹੈ, ਉਹ ਮਟੀਰੀਅਲ ਨਹੀਂ ਹੈ ਇਹਨਾਂ ਦਾ। ਕੱਲ ਇਹਨਾਂ ਨੂੰ ਮੈਂ ਇੱਕ ਗਿਰੀਸ਼ ਜੀ ਦੇ ਨਾਮ ਦਾ ਬੰਦੇ ਦਾ ਨਾਮ ਸੁਣਾਇਆ ਸਰ, ਇਹਨਾਂ ਨੂੰ ਮੈਂ ਗਿਰੀਸ਼ ਜੀ ਦੇ ਨਾਮ, ਉਸ ਬੰਦੇ ਨੇ ਮੇਰੇ ਤੋਂ ਮਟੀਰੀਅਲ ਮੰਗ ਰਿਹਾ, ਇਹਨਾਂ ਨੂੰ ਰਿਕਾਰਡਿੰਗ ਸੁਣਾਈ ਹੈ। ਬਰਸਟ ਸਾਹਿਬ ਨੇ ਰਿਕਾਰਡਿੰਗ ਸੁਣੀ ਹੈ, ਚਾਹੇ ਉਹਨਾਂ ਨੂੰ ਤੁਸੀਂ ਇੰਟਰਵਿਊ ਲੈ ਕੇ ਪੁੱਛ ਲਓ, ਰਿਕਾਰਡਿੰਗ ਸੁਣੀ ਹੈ। ਐਟ ਟਾਈਮ ਉਹਨਾਂ ਦੇ ਕੋਲ ਮੈਨੂੰ ਇਹਨਾਂ ਨੇ ਮੀਡੀਆ ਤੋਂ ਬਾਅਦ ਮੈਨੂੰ ਅੰਦਰ ਬੁਲਾਇਆ, ਕਹਿੰਦੇ ਦੇਖ ਲਓ ਗੱਲ ਕਰ ਲਓ। ਮੈਂ ਕਿਹਾ ਹਾਂਜੀ, ਕਹਿੰਦੇ 15 ਦਿਨ ਲੱਗਣਗੇ। ਮੈਂ ਕਿਹਾ ਕੋਈ ਗੱਲ ਨਹੀਂ, ਉਹ ਤੇ ਕਾਫੀ ਦੇਰ ਦੇ ਮਿਲਦੇ ਆ ਰਹੇ। ਹੋਰ ਵੀ ਕੁਝ ਕਿਹਾ ਤੁਹਾਨੂੰ ਕਿ ਇੱਥੇ ਕਿਉਂ ਬੈਠੇ ਹੋ, ਇੱਥੇ ਨਹੀਂ ਬਹਿਣਾ? ਸਰ ਮੈਂ ਇਹਨਾਂ ਨੂੰ ਕੱਲ ਦੀ ਰਿਕਾਰਡਿੰਗ ਇੱਕ ਕਸਟਮਰ ਦੀ ਸੁਣਾਈ ਹੈ, ਕਹਿੰਦਾ ਮੈਨੂੰ ਡਿਬਰੀ ਚਾਹੀਦੀ, ਬੈਚ ਚਾਹੀਦੇ, ਬਣੇ ਪਏ ਨੇ। ਨਹੀਂ ਉਹ ਤਾਂ ਚਲੋ ਉਹ ਤਾਂ ਸਰ ਬਣੇ ਪਏ ਨੇ। ਮੈਂ ਉਹਨਾਂ ਨੂੰ ਕਿਹਾ ਮੈਂ ਹਲੇ ਦੇ ਨਹੀਂ ਸਕਦਾ, ਚਾਬੀ ਮੇਰੇ ਪਾਸ ਹੈ, ਕਿਉਂਕਿ ਮੁੰਡਿਆਂ ਨੂੰ ਮੈਂ ਕੰਮ ਲਗਾ ਦੇਵਾਂ। ਕਰੋਨਾ ਦੇ ਵਿੱਚ ਮੈਂ ਆਪਣੀ ਗੈਰ ਹਾਜ਼ਰੀ 'ਚ ਕੰਮ ਨਹੀਂ ਕਰਾ ਰਿਹਾ। ਤੁਸੀਂ ਇੱਥੇ ਧਰਨਾ ਲਾ ਕੇ ਬੈਠੇ ਹੋ, ਪਾਰਟੀ ਵੱਲੋਂ ਕੁਝ ਦਬਾਅ ਪਾਇਆ ਗਿਆ ਤੁਹਾਡੇ ਉੱਤੇ ਕਿ ਤੁਸੀਂ ਇੱਥੋਂ ਚੱਲ ਜਾਓ ਜਾਂ ਫਿਰ ਹੋਰ ਵੀ ਕੋਈ ਗੱਲਬਾਤ ਇਦਾਂ ਦੀ? ਸਿਕਿਉਰਿਟੀ ਵਾਲਿਆਂ ਦੇ ਥਰੂ ਕੋ ਹੋਇਆ ਸੀਗਾ ਕਿ ਤੁਸੀਂ ਇੱਥੇ ਬੈਠ ਨਹੀਂ ਸਕਦੇ। ਉਹ ਤੇ ਵਿਚਾਰੇ ਬੱਜੇ ਜੈਸੇ ਕਹਿੰਦੇ ਤੁਸੀਂ ਇੱਥੇ ਬੈਠ ਨਹੀਂ ਸਕਦੇ, ਇੱਥੇ ਰੁਕ ਨਹੀਂ ਸਕਦੇ। ਮੈਂ ਅੰਦਰ ਬੈਠਣ ਦੀ ਕੋਸ਼ਿਸ਼ ਕਰਾਂ, ਮੈਂ ਕਿਹਾ ਮੈਨੂੰ ਕੁਰਸੀ ਤੇ ਇੱਕ ਲੋਨ 'ਚ ਬੈਠ ਜਾਣਾ, ਨਹੀਂ ਕਹਿੰਦੇ ਇੱਥੇ ਨਹੀਂ ਬੈਠ ਸਕਦੇ। ਸਰ ਇਹ ਪ੍ਰੋਪਰਟੀ ਇਹਨਾਂ ਦੀ ਪਰਸਨਲ ਪ੍ਰੋਪਰਟੀ ਨਹੀਂ ਹੈ, ਪੁਸ਼ਤੈਨੀ ਨਹੀਂ ਹੈ, ਇਹ ਪਬਲਿਕ ਦੀ ਪ੍ਰੋਪਰਟੀ ਹੈ। ਔਰ ਇਹ ਮਤਲਬ ਪਬਲਿਕ ਨੇ ਆਪਣੇ ਸਾਰਾ ਕੁਝ ਟੈਕਸ ਟੁਕਸ ਖਰਚ ਕੇ, ਪਤਾ ਨਹੀਂ ਅੱਜ ਤੋਂ ਕਿੰਨੇ ਸਾਲ ਪਹਿਲੇ ਕਿਹੜੇ ਬਜ਼ੁਰਗ ਦੀਆਂ ਟੈਕਸਾਂ ਨਾਲ ਇਹ ਚੀਜ਼ਾਂ ਬਣੀਆਂ ਹੋਈਆਂ। ਸਰ ਇਹ ਕੋਈ ਤਾਨਾਸ਼ਾਹੀ ਥੋੜੀ ਹੈ ਕਿ ਇਹਨਾਂ ਦੀ ਪ੍ਰੋਪਰਟੀ ਹੈ, ਬਾਹਰ ਨਿਕਲੋ। ਇਹਨਾਂ ਨੂੰ ਤੇ ਬਾਹਰ ਕੱਢ ਦੂਗਾ ਕੋਈ ਨਾ ਕੋਈ, ਸਾਲ ਬਾਅਦ ਬਾਹਰ ਕੱਢ ਦੇਗਾ ਸਰ। ਹਾਂ ਹੋ ਸਕਦਾ, ਮੈਂ ਨਹੀਂ ਕਹਿੰਦਾ ਬਾਹਰ ਕੱਢੇ, ਜੈਸਾ ਕੰਮ ਕਰਨਗੇ ਬਾਹਰ ਨਿਕਲਣਗੇ, ਪਬਲਿਕ ਬਾਹਰ ਕੱਢ ਦੇਗੀ ਤੇ ਬਾਹਰ ਕੱਢ ਦੇਗੀ, ਇਹਨਾਂ ਨੂੰ ਅੰਦਰ ਰੱਖੇਗੀ ਤੇ ਅੰਦਰ ਰੱਖ ਦੇਗੀ। ਲੇਕਿਨ ਜੋ ਇਹਨਾਂ ਨੂੰ ਪਾਵਰ ਮਿਲੀ ਹੈ ਉਹਦਾ ਦੁਰਉਪਯੋਗ ਨਹੀਂ ਸਰ ਕਰਨਾ ਚਾਹੀਦਾ। ਇਹ ਦੁਰਉਪਯੋਗ ਕਰ ਰਹੇ ਆ ਔਰ ਸਰ ਮੇਰਾ ਮਜ਼ਾਕ ਉਡਾ ਰਹੇ ਆ ਬੈਠੇ ਦਾ, ਕਿ ਮੈਂ ਬੈਠਾ ਧਰਨੇ ਤੇ, ਮੇਰਾ ਮਨੋਰੰਜਨ ਕਰ ਰਿਹਾ। ਕੋਈ ਆਂਦਾ ਹਾਂਜੀ ਕਿਵੇਂ ਬੈਠੇ ਹੋ, ਐਦਾਂ ਬੈਠੇ ਹੋ, ਐਦਾਂ ਬੈਠੇ ਹੋ, ਇਸ ਤਰ੍ਹਾਂ ਬੈਠੇ ਹੋ। ਸਰ ਗਲਾ ਸੁੱਕ ਜਾਂਦਾ ਪਾਣੀ ਨਾਲ, ਔਰ ਪਾਣੀ ਮੈਂ ਇਹਨਾਂ ਦਾ ਨਹੀਂ ਪੀ ਸਕਦਾ ਸਰ।
ਚਾਹ ਤੇ ਬਹੁਤ ਹੀ ਦੂਰ ਦੀ ਗੱਲ ਹੈ, ਮੇਰੇ ਘਰੋਂ ਮੈਨੂੰ ਆਦੇਸ਼ ਦਿੱਤਾ ਹੈ ਕਿ ਇਹਨਾਂ ਦਾ ਪਾਣੀ ਨਹੀਂ ਪੀਣਾ। ਚਾਹ ਤੇ ਦੂਰ ਹੈ, ਪਾਣੀ ਵੀ ਨਹੀਂ। ਮੈਂ ਇੱਥੋਂ ਨਾਲੋਂ ਪਾਣੀ ਭਰਦਾ ਸਰ, ਉਹ ਵਿਚਾਰੇ ਬੜੇ ਐਦਾਂ ਬੋਤਲ ਤੋਂ ਮੈਂ ਪਾਣੀ, ਤੁਸੀਂ ਦੇਖੋ ਧਰਨਾ ਇਹਨਾਂ ਦੇ ਬਾਹਰ ਦੇ ਰਿਹਾ, ਪਾਣੀ ਤੱਕ ਮੈਨੂੰ ਪੀਣਾ ਇਹਨਾਂ ਦਾ ਨਸੀਬ ਨਹੀਂ ਹੈ। ਇਹ ਕੈਸੀ ਸਰ ਪਾਰਟੀ ਹੋਏਗੀ ਇਹ? ਔਰ ਹਾਲੇ ਤੱਕ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਈ। ਤੀਸਰਾ ਦਿਨ ਹੋ ਗਿਆ, ਬੰਦਾ ਆਪਣੀ ਫੈਕਟਰੀ ਬੰਦ ਕਰਕੇ, ਆਪਣਾ ਯੂਨਿਟ ਬੰਦ ਕਰਕੇ, ਉਧਰੋਂ ਜੈਪੁਰ ਦਾ ਨਗਰ ਨਿਗਮ ਚੱਲ ਰਿਹਾ ਹੈ। 23 ਤਰੀਕ ਕੱਲ੍ਹ ਵਾ, ਉਹਦਾ ਮਟੀਰੀਅਲ ਮੇਰੇ ਕੋਲ ਬਣਿਆ ਪਿਆ ਵਾ, ਉਹ ਤੇ ਸਰ ਖਰਾਬ ਹੋ ਗਿਆ, ਕੋਈ ਗੱਲ ਨਹੀਂ। 23 ਤਰੀਕ ਮੇਰੀ ਡਿਸਟਰਬ ਹੋ ਗਈ, ਮੈਂ ਜੈਪੁਰ ਤੇ ਹੁਣ ਜਾ ਨਹੀਂ ਸਕਦਾ ਨਗਰ ਨਿਗਮ 'ਚ। ਮੈਂ 2 ਮੁੰਡਿਆਂ ਨੂੰ ਕੰਮ ਲਗਾ ਕੇ, 1 ਮੁੰਡੇ ਨੂੰ ਨਾਲ ਲਗਾ ਕੇ ਮੈਂ ਜੈਪੁਰ ਨਗਰ ਨਿਗਮ ਕਰਨਾ ਸੀ। 23 ਤਰੀਕ ਨੂੰ ਨਿਸ਼ਾਨ ਮਿਲਨੇ ਆ ਉੱਥੇ। ਸਾਡਾ ਸਰ ਆਲ ਓਵਰ ਇੰਡੀਆ ਦਾ ਕੰਮ ਆ। ਤੇ ਐਟ ਲਾਸਟ ਦਰਸ਼ਕਾਂ ਨੂੰ, ਲੋਕਾਂ ਨੂੰ ਕੀ ਕੁਝ ਕਹਿਣਾ ਚਾਹੋਗੇ, ਕੀ ਕੁਝ ਬੇਨਤੀ ਕਰਨਾ ਚਾਹੋਗੇ ਇਹਨੂੰ ਆਪਣੇ ਬਿੱਲਾਂ ਨੂੰ ਲੈ ਕੇ, ਕੀ ਕੁਝ ਕਹਿਣਾ ਚਾਹੋਗੇ? ਮੈਂ ਇਹ ਕਹਾਂਗਾ ਅੱਗੇ ਵਾਸਤੇ ਇਹਨਾਂ ਨਾਲ ਉਧਾਰ ਕੋਈ ਨਾ ਕਰੇ। ਕੰਮ ਕਰਨਾ ਤੇ ਕੋਈ ਰੋਕ ਟੋਕ ਨਹੀਂ ਹੈ, ਕੰਮ ਤੇ ਮਹਾਪੁਰਸ਼ ਨੇ, ਸਾਰੇ ਵਿਦਵਾਨ ਆਦਮੀ ਨੇ। ਕੋਈ ਪਤਾ ਨਹੀਂ, ਸ਼ਾਇਦ ਅੱਜ ਕੱਲ੍ਹ ਬਈ ਖਾਤਾ ਟਾਈਪ ਚੱਲਿਆ, ਉਹਦੇ 'ਚ ਪ੍ਰੂਫ ਹੁੰਦਾ ਕਿ ਅਸੀਂ ਇੰਨੇ ਪੈਸੇ ਲੈਣੇ ਆ, ਜਾਂ ਕੋਈ ਐਸੇ ਪ੍ਰੂਫ ਦੇ ਨਾਲ ਹੀ ਚੱਲਣ। ਮੇਰੇ ਕੋਲ ਤੇ ਪ੍ਰੂਫ ਆ, ਅਗਰ ਕੋਈ ਪ੍ਰੂਫ ਨਾ ਹੁੰਦਾ ਤੇ ਮੇਰੇ ਤੇ 80,000 ਕੀ ਇਹਨਾਂ ਨੇ ਮੈਨੂੰ 80 ਗਾਲਾਂ ਵੀ ਨਹੀਂ ਸੀ ਕੱਢਣੀਆਂ, 80,000 ਦੇ ਸੁਣਨਾ ਨਹੀਂ ਸੀ। ਹੁਣ ਤੇ ਇਹਨਾਂ ਨੇ 80,000 ਤੇ ਦੇਣਾ ਆ, ਇਹਨਾਂ ਨੂੰ ਪਤਾ ਆ। ਅਗਰ ਮੇਰੇ ਕੋਲ ਕੋਈ ਪ੍ਰੂਫ ਨਾ ਹੋਵੇ, ਬਾਈ ਚਾਂਸ ਬਿੱਲ ਲੈ ਕੇ ਇਹ ਰਾਜੀ ਨਹੀਂ ਹੈ, ਟੈਕਸ ਲੈ ਕੇ ਇਹ ਰਾਜੀ ਨਹੀਂ ਹੈ, ਮੈਂ ਕਿਹਾ ਸਰ 5% ਟੈਕਸ ਪਵਾ ਲਓ, ਬਿਲਿੰਗ ਕਰ ਲਓ, ਕੁਝ ਕਰ ਲੈਣਗੇ। ਚਲੋ ਇਹ ਚੀਜ਼ਾਂ 'ਚ ਮੈਂ ਨਹੀਂ ਜਾਣਾ ਚਾਹੁੰਦਾ, ਇਹ ਚੀਜ਼ਾਂ ਇਹਨਾਂ ਨੂੰ ਅੱਛੀਆਂ ਲੱਗਦੀਆਂ ਉਲਟੀਆਂ ਪੁਲਟੀਆਂ। ਸਾਨੂੰ ਤੇ ਜਿੱਦਾਂ ਆਰਡਰ ਕਰਦੇ ਇਸ ਤਰ੍ਹਾਂ ਕਰੋ ਜੀ, ਸਾਨੂੰ ਇਸ ਤਰ੍ਹਾਂ ਕਰਨਾ ਪੈਂਦਾ। ਸਾਨੂੰ ਕਹੋਗੇ ਇੰਨਾ ਜੀ ਬਿੱਲ ਕੱਟ ਦਿਓ, ਸਾਨੂੰ ਬਿੱਲ ਕੱਟਣਾ ਪਏਗਾ। ਬੇਨਤੀ ਕੀ ਕਰਨਾ ਚਾਹੋਗੇ ਦਰਸ਼ਕਾਂ ਨੂੰ, ਕੀ ਕੁਝ ਮੈਸੇਜ ਦੇਣਾ ਚਾਹੋਗੇ, ਕੀ ਕੁਝ ਬੇਨਤੀ ਕਰਨਾ ਚਾਹੋਗੇ ਇਸ ਬਿੱਲਾਂ ਨੂੰ ਲੈ ਕੇ, ਕਿ ਬਿੱਲ ਜਿਹੜੇ ਨੇ ਤੁਹਾਨੂੰ ਕਦੋਂ ਤੱਕ ਕੁਝ ਆਸ਼ਵਾਸਨ ਵੀ ਇਹਨਾਂ ਨੇ ਕੁਝ ਦਵਾਇਆ ਹੋਣਾ, ਕੋਈ ਭਰੋਸਾ ਦਵਾਇਆ ਹੋਣਾ ਕਿ ਇਸ ਬਿੱਲ ਤੁਹਾਡੇ ਇੰਨੇ ਟਾਈਮ ਤੱਕ ਜਿਹੜੇ ਨੇ ਦਿੱਤੇ ਜਾਣਗੇ? ਕੀ ਕੁਝ ਕਿਹਾ ਗਿਆ ਸਾਰਾ ਇੱਕ ਐਟ ਲਾਸਟ ਜਿਹੜਾ ਹੈ, ਥੋੜਾ ਸ਼ੋਰਟ ਦੇ ਵਿੱਚ ਸਾਰਾ ਦੱਸ ਦਿਓ। ਮੈਂ ਇਹ ਚੀਜ਼ਾਂ ਤੇ, ਤੁਸੀਂ ਕਹਿੰਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ, ਮੈਂ ਤੇ ਚੀਜ਼ਾਂ ਦਰਸ਼ਕਾਂ ਤੇ ਹੀ ਸੋਚ ਛੋੜ ਦਿੰਦਾ ਕਿ ਉਹ ਕੀ ਸੋਚਣਗੇ ਬਿੱਲਾਂ ਬਾਰੇ। ਕਿ 3 ਸਾਲ ਤੋਂ ਪਹਿਲਾਂ 3 ਸਾਲ ਹੋ ਜਾਣ, कि 15-20 दिन रुक लो जी, हो जाएगा। 1.5 साल में कह रहे हैं, बस हो गया हो जाएगा। फिर ये लॉकडाउन हो गया, लॉकडाउन जैसे ही हमारा ऑफिस खुलेगा आपको पेमेंट हो जाएगी, प्योरिटी के आधार पे आपकी पेमेंट प्योरिटी के आधार पे होगी, क्योंकि आपकी पेमेंट पुरानी है और जेन्युइन है। उसके बाद उस टाइम भी मुझे 15 दिन कह रहे हैं, 15 दिन के बाद पैसे मिल जाएंगे। मुझे कल भी कह रहे हैं कि 15 दिन के बाद पैसे मिल जाएंगे। तो मेरी तो दिव्य दृष्टि तो सर है नहीं। जिसकी दिव्य दृष्टि होगी इस दुनिया में वो समझ सकता है कि इनके दिमाग में क्या है। मैं दिव्य दृष्टि वाला नहीं हूँ। हाँ, दर्शक समझ सकते हैं कि इनकी नीयत में कैसा खोट है। ठीक है, ਜਿੱਦਾਂ ਕਿ ਤੁਸੀਂ ਦੇਖਿਆ ਕਿ 3 ਸਾਲ ਜਿਹੜਾ ਪੁਰਾਣਾ ਬਿੱਲ ਸੀਗਾ ਉਹਨੂੰ ਲੈ ਕੇ ਜਿਹੜੇ ਵਪਾਰੀ ਨੇ ਇੱਥੇ ਪਹੁੰਚੇ ਨੇ ਤੇ ਆਮ ਆਦਮੀ ਪਾਰਟੀ ਦੇ ਆਫਿਸ ਦੇ ਮੂਹਰੇ ਜਿਹੜਾ ਧਰਨਾ ਲਾਇਆ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਫੈਕਟਰੀ ਦੀ ਜਿਹੜੀ ਚਾਬੀ ਹੈ ਉਹਨਾਂ ਕੋਲ ਹੈ ਤੇ ਉਹਨਾਂ ਦੀ ਫੈਕਟਰੀ ਜਿਹੜਾ ਤਾਲਾ ਉਹ ਜੜ ਚੁੱਕਿਆ, ਪਰ ਪੇਮੈਂਟ ਜਿਹੜੀ ਹੈ आश्वासन दवाया जाता, भरोसा दवाया जाता कि हुन हो जाएगी, एक दिन बाद हो जाएगी, हफ्ते बाद हो जाएगी, महीने बाद हो जाएगी। पर इस जिहड़ी पेमेंट है वो पिछले 3 सालों तो ड्यू है। बस भरोसा दवाया जाता है कि पेमेंट हो जाऊगी। इस समय भी देख सकते हो तुसी कि ये जिहड़े आम आदमी ऑफिस जिहड़ा आम आदमी दा ऑफिस है चंडीगढ़, ਉਹਦੇ ਬਾਹਰ ਬੈਠੇ ਨੇ, ਉਹਦੇ ਬਾਹਰ ਜਿਹੜਾ ਧਰਨਾ ਲਾ ਕੇ ਬੈਠੇ ਨੇ, ਚੱਦਰ ਲਾ ਕੇ ਉਹਦੇ ਉੱਤੇ ਬੈਠੇ ਨੇ। ਪਿਛਲੇ 3 ਦਿਨਾਂ ਤੋਂ ਇੱਥੋਂ ਇੱਥੇ ਬੈਠੇ ਨੇ ਤੇ ਗੁਰਦੁਆਰੇ ਵਿੱਚ ਜਿਹੜਾ ਸਟੇ ਕਰ ਰਹੇ ਨੇ ਤੇ ਕਿਤੇ ਨਾ ਕਿਤੇ ਇਹਨਾਂ ਦੀ ਫੈਕਟਰੀ ਦੇ ਵੀ ਤਾਲਾ ਚੜ ਚੁੱਕਿਆ। ਤੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇਹਨਾਂ ਦਾ ਹੁਣ ਜਿਹੜਾ ਬਿੱਲ ਹੈ ਉਹ ਕਦੋਂ ਤੱਕ ਉਹਦੀ ਖਾਨਾ ਪੂਰਤੀ ਕੀਤੀ ਜਾਂਦੀ ਹੈ ਜਾਂ ਫਿਰ ਇੱਕ ਵਾਰੀ ਫਿਰ ਇਹਨੂੰ ਲਾਰਿਆਂ 'ਚ ਰੱਖਿਆ ਜਾਂਦਾ ਹੈ। ਮੈਂ ਜਬਰਮਾ ਕੈਮਰਾ ਪਰਸਨ ਬੰਟੀ ਦੇ ਨਾਲ।